ਸਤਿ ਸ਼੍ਰੀ ਅਕਾਲ ਜੀ। ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਰੀ ਸਵਾਗਤ ਕਰਦੀ ਹਾਂ। ਦਰਸ਼ਕਾਂ ਦੱਸਦੀ ਕਿ ਜਿਹੜੀ ਬੀਤੇ ਦਿਨ ਅਸੀਂ ਖਬਰ ਸੁਣੀ ਸੀਗੀ ਪੱਕੇ ਹੋਣ ਦੀ, ਉਹਨੂੰ ਲੈ ਕੇ ਅੱਜ ਡਿਟੇਲ ਦੇ ਵਿੱਚ ਜਿਹੜੀ ਹੈ ਅਸੀਂ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ ਐਮਪੀ ਰਣਦੀਪ ਸਰਾਏ ਦੇ ਨਾਲ। ਹਰ ਕੈਟਾਗਰੀ ਦੇ ਲਈ ਉਹਨਾਂ ਨੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ ਕਿ ਕੌਣ ਇਸ ਕੈਟਾਗਰੀ ਦੇ ਵਿੱਚ ਸ਼ਾਮਿਲ ਹੈ ਤੇ ਕੌਣ ਨਹੀਂ ਹੈ। ਰਿਫਿਊਜ਼ੀਆਂ ਲਈ ਵੀ ਸਲਾਹ ਹੈ। ਟਰੱਕਿੰਗ ਵਾਲੇ ਜਿਹੜੇ ਨੇ ਉਹ ਸਵਾਲ ਕਰ ਰਹੇ ਸੀ ਕਿ ਉਹ ਪੱਕੇ ਹੋਣ ਦੀ ਕੈਟਾਗਰੀ 'ਚ ਆ ਰਹੇ ਨੇ। ਇਸ ਸਭ ਸੰਬੰਧੀ ਜਿਹੜੀ ਹੈ ਇੱਕ ਸਪੈਸ਼ਲ ਰਿਪੋਰਟ ਅਸੀਂ ਤਿਆਰ ਕੀਤੀ ਹੈ। ਉਸ ਰਿਪੋਰਟ ਦੇ ਉੱਤੇ ਨਜ਼ਰ ਮਾਰਾਂਗੇ। ਹਾਲ ਦੀ ਘੜੀ ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਗਰਮੀ ਦੇ ਮੌਸਮ ਆਉਂਦੇ ਹੀ ਰੈਸਟੋਰੈਂਟਾਂ ਦੇ ਵਿੱਚ ਲੱਗੀ ਭੀੜ। BC ਦੇ ਰੈਸਟੋਰੈਂਟ 'ਚ ਸਟਾਫ ਦੀ ਘਾਟ ਬਣੀ ਮਾਲਕਾਂ ਦੀ ਪਰੇਸ਼ਾਨੀ। ਕੈਨੇਡਾ 'ਚ ਟੈਂਪਰੇਰੀ ਵਰਕਰਾਂ ਦੇ ਲਈ ਪੁਆਇੰਟ ਲਿਮਿਟ ਨੂੰ ਕੀਤਾ ਜਾਏਗਾ ਘੱਟ। ਇੱਕੋ ਵਾਰੀ ਨਹੀਂ ਪੱਕੇ ਹੋਣ ਦੀ ਪ੍ਰਕਿਰਿਆ ਸੈੱਟ ਕਰਨ ਦੇ ਵਿੱਚ ਲੱਗੇਗਾ ਸਮਾਂ। ਐਮਪੀ ਰਣਦੀਪ ਸਰਾਏ ਨੇ ਦਿੱਤੀ ਜਾਣਕਾਰੀ। ਪੋਪ ਫ੍ਰਾਂਸਿਸ ਇਸ ਗਰਮੀਆਂ ਦੇ ਵਿੱਚ ਕਰਨਗੇ ਕੈਨੇਡਾ ਦਾ ਦੌਰਾ। ਕਿਊਬੈਕ ਤੇ ਨਨਾਵਤ ਦੇ ਵਿੱਚ ਰੁਕਣ ਦੀ ਯੋਜਨਾ। ਜਿਹਦੇ ਖਬਰਾਂ ਵਿਸਥਾਰ ਦੇ ਨਾਲ ਔਰ ਦੱਸਦੀਏ ਕਿ BC ਦੇ ਰੈਸਟੋਰੈਂਟਾਂ ਦੇ ਵਿੱਚ ਇਸ ਵੇਲੇ ਸਭ ਤੋਂ ਵੱਡੀ ਮੁਸ਼ਕਿਲ ਉਹਨਾਂ ਲਈ ਬਣੀ ਹੋਈ ਹੈ, ਕਿਉਂਕਿ ਜਿਵੇਂ ਗਰਮੀ ਆ ਰਹੀ ਹੈ ਭੀੜ ਵੱਧਦੀ ਜਾ ਰਹੀ ਹੈ, ਪਰ ਭੀੜ ਦੇ ਨਾਲ ਸਟਾਫ ਜਿਹੜਾ ਉਹ ਨਹੀਂ ਵੱਧ ਰਿਹਾ। ਸਟਾਫ ਦੀ ਕਮੀ ਕਰਕੇ ਜਿਹੜੇ ਰੈਸਟੋਰੈਂਟਸ ਨੇ ਉਹ ਕਾਫੀ ਹੱਦ ਤੱਕ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਨੇ। ਰੈਸਟੋਰੈਂਟ ਮਾਲਕਾਂ ਦਾ ਇਹ ਕਹਿਣਾ ਹੈ ਕਿ ਹੁਣ ਇਸ ਵੇਲੇ ਬਹੁਤ ਜ਼ਿਆਦਾ ਸਟਾਫ ਦੀ ਕਮੀ ਮਹਿਸੂਸ ਕੀਤੀ ਜਾ ਰਹੀ ਹੈ, ਕਿਉਂਕਿ ਜਦੋਂ ਭੀੜ ਆ ਰਹੀ ਹੈ ਰੈਸਟੋਰੈਂਟਾਂ ਦੇ ਵਿੱਚ ਖਾਣ ਪੀਣ ਦਾ ਕੰਮ ਸ਼ੁਰੂ ਹੋ ਗਿਆ ਤਾਂ ਅਜਿਹੇ ਦੇ ਵਿੱਚ ਜ਼ਿਆਦਾ ਸਟਾਫ ਦੀ ਲੋੜ ਹੈ। ਉਹਨਾਂ ਦਾ ਨਾਲ ਦੀ ਨਾਲ ਇਹ ਵੀ ਕਹਿਣਾ ਹੈ ਕਿ ਕਾਫੀ ਹੱਦ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਉਹ ਨਵਾਂ ਸਟਾਫ ਜਿਹੜਾ ਉਹ ਹੁਣ ਭਾਲਣ, ਉਸ ਦੀ ਭਾਲ ਕਰਨ ਤੇ ਨਵੇਂ ਸਟਾਫ ਨੂੰ ਰੱਖਿਆ ਜਾਵੇ। ਇਸ ਤੋਂ ਇਲਾਵਾ ਓਵਰਆਲ ਜਦੋਂ ਲੋਅਰ ਮੇਨਲੈਂਡ ਦੀ ਉਹਨਾਂ ਨੇ ਗੱਲ ਕੀਤੀ ਤਾਂ ਕਿਹਾ ਕਿ ਘੱਟੋ ਘੱਟ ਇਸ ਗੈਪ ਨੂੰ ਭਰਨ ਦੇ ਲਈ 40,000 ਦੇ ਕਰੀਬ ਕਾਮਿਆਂ ਦੀ ਇਸ ਵੇਲੇ ਲੋੜ ਮਹਿਸੂਸ ਕੀਤੀ ਜਾ ਰਹੀ ਹੈ। BC ਰੁਝੇਵੇਂ ਭਰੀਆਂ ਗਰਮੀਆਂ ਦੇ ਤੌਰ ਤੇ ਸਟਾਫ ਦੀ ਕਮੀ ਦਾ ਸਾਹਮਣਾ ਕਰ ਰਹੇ ਰੈਸਟੋਰੈਂਟ ਇਸ ਵੇਲੇ ਪਰੇਸ਼ਾਨ ਨੇ, ਜਿਵੇਂ ਕਿ ਅਸੀਂ ਮਹਾਮਾਰੀ ਤੋਂ ਬਾਅਦ ਦੇ ਜੀਵਨ ਦੇ ਰਾਹ ਤੇ ਚੱਲ ਰਹੇ ਨੇ। ਬਹੁਤ ਸਾਰੇ ਉਦਯੋਗ ਸਟਾਫ ਦੀ ਘਾਟ ਦੇ ਨਾਲ ਸੰਘਰਸ਼ ਕਰਦੇ ਰਹਿੰਦੇ ਨੇ। BC ਦੇ ਰੈਸਟੋਰੈਂਟ ਉਹਨਾਂ ਵਿੱਚੋਂ ਇੱਕ ਨੇ ਜੋ ਸਟਾਫ ਦੀ ਕਮੀ ਨਾਲ ਇਸ ਵੇਲੇ ਨਜਿੱਠ ਰਹੇ ਨੇ ਤੇ ਮਦਦ ਲਈ ਇਸ ਸਮੇਂ ਇੱਕ ਜ਼ਰੂਰੀ ਅਪੀਲ ਕਰ ਰਹੇ ਨੇ। ਉਹਨਾਂ ਆਪਣੇ ਰੈਸਟੋਰੈਂਟਾਂ ਦੇ ਲਈ ਉਹਨਾਂ ਦਾ ਮੰਨਣਾ ਹੈ ਕਿ ਜਿਨ੍ਹਾਂ ਵਿੱਚੋਂ ਮੈਟਰੋ ਵੈਨਕੂਵਰ ਵਿੱਚ ਵੱਖ-ਵੱਖ ਸਥਾਨ ਨੇ ਇਸ ਸਮੇਂ ਬਹੁਤ ਘੱਟ ਸਰਵਰ ਨੇ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਮਹਾਮਾਰੀ ਦੇ ਦੌਰਾਨ ਉਸਦੇ ਉਦਯੋਗ ਦਾ ਸਾਹਮਣਾ ਕਰਨ ਦੀ ਬਜਾਏ ਉਸ ਕੋਲ ਇਹ ਮੁੱਦਾ ਹੋਵੇਗਾ ਜਦੋਂ COVID-19 ਦੇ ਫੈਲਣ ਕਾਰਨ ਖਾਣ ਪੀਣ ਦੀਆਂ ਦੁਕਾਨਾਂ ਨੂੰ ਜਿਹੜਾ ਵਿਅਕਤੀਗਤ ਤੌਰ ਤੇ ਖਾਣ ਲਈ ਬੰਦ ਕਰ ਦਿੱਤਾ ਗਿਆ ਸੀ। ਗਾਰਡਨ ਨੇ ਕਿਹਾ ਹੈ ਕਿ ਸਾਡੇ ਕੋਲ ਬਹੁਤ ਹੀ ਵਿਅਸਤ ਰੈਸਟੋਰੈਂਟ ਨੇ, ਲੋਕ ਵਾਪਸ ਆ ਗਏ ਨੇ, ਇਹ 2019 ਦੇ ਪੱਧਰਾਂ ਤੇ ਵਾਪਸ ਆ ਗਿਆ, ਇਸ ਲਈ ਵੋਲੀਅਮ ਯਕੀਨੀ ਤੌਰ ਤੇ ਉੱਥੇ ਹੈ। ਉਮੀਦ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਫਿਰ ਤੋਂ ਵਾਪਸ ਆਉਣਾ ਤੇ ਸਰਵਿੰਗ ਟੇਬਲ ਤੇ ਸਾਡੇ ਨਾਲ ਸ਼ਾਮਿਲ ਹੁੰਦੇ ਦੇਖਣਾ ਚਾਹੁੰਦੇ ਹਾਂ। ਉਹਨਾਂ ਕਿਹਾ ਅਸੀਂ ਰੈਸਟੋਰੈਂਟਾਂ ਦੇ ਕਾਰੋਬਾਰਾਂ ਦੇ ਵਿੱਚ ਹਾਂ, ਅਸੀਂ ਹਮੇਸ਼ਾ ਚਿੰਤਤ ਹਾਂ। ਇਹ ਕੁਝ ਸਾਲ ਔਖੇ ਨੇ, ਪਰ ਇਸ ਕਹਾਣੀ ਵਿੱਚ ਚੰਗੀ ਖਬਰ ਇਹ ਹੈ ਕਿ ਲੋਕ ਵਾਪਸ ਆ ਗਏ ਨੇ ਤੇ ਰੈਸਟੋਰੈਂਟ ਵਿੱਚ ਜਾ ਰਹੇ ਨੇ। ਮੈਂ ਖਾਲੀ ਸੀਟਾਂ ਨੂੰ ਦੇਖਣ ਦੀ ਬਜਾਏ ਸਟਾਫ ਨੂੰ ਆਕਰਸ਼ਿਤ ਕਰਨ ਦੇ ਤਰੀਕੇ ਲੱਭਾਂਗਾ। ਗਾਰਡਨ ਦਾ ਕਹਿਣਾ ਹੈ ਕਿ ਇਸ ਬਸੰਤ ਰੁੱਤ ਵਿੱਚ ਧੁੱਪ ਦੀ ਕਮੀ ਦਾ ਮਤਲਬ ਇਹ ਵੀ ਹੈ ਕਿ ਲੋਕ ਜਿਹੜੇ ਨੇ ਪੈਟੀਓ ਤੇ ਨਹੀਂ ਬੈਠੇ, ਜੋ ਕਿ ਬਹੁਤ ਸਾਰੇ ਰੈਸਟੋਰੈਂਟਾਂ ਲਈ ਪੈਸਾ ਕਮਾਉਣ ਵਾਲਾ ਹੈ। ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਲਗਭਗ 40 ਤੋਂ 50 ਲੋਕਾਂ ਨੂੰ ਨੌਕਰੀ ਤੇ ਰੱਖਣ ਦੀ ਲੋੜ ਹੈ, ਪਰ ਕਰਮਚਾਰੀਆਂ ਨੂੰ ਆਕਰਸ਼ਿਤ ਕਰਨ ਲਈ ਇਸ ਸਮੇਂ ਕੋਈ ਸਖਤ ਕੰਮ ਨਹੀਂ ਕਰ ਰਹੇ ਨੇ। ਅਤੇ ਕਈਆਂ ਨੇ ਕਿਹਾ ਹੈ ਕਿ ਦੂਜੇ ਰੈਸਟੋਰੈਂਟਾਂ ਨੂੰ ਸਟਾਫ ਦੀ ਇਸ ਘਾਟ ਦੇ ਮੱਦੇਨਜ਼ਰ ਮੁਸ਼ਕਿਲ ਫੈਸਲੇ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਫਗਾਨ ਕਿਚਨ ਦੇ ਮਾਲਕ ਜਿਨ੍ਹਾਂ ਦੇ ਵੈਨਕੂਵਰ ਤੇ ਦੱਖਣੀ ਸਰੀ ਵਿੱਚ ਟਿਕਾਣੇ ਨੇ, ਉਹਨਾਂ ਦੱਸਿਆ ਹੈ ਕਿ ਉਹ ਹਫ਼ਤੇ ਦੇ ਵਿੱਚ ਇੱਕ ਵਾਧੂ ਦਿਨ ਲਈ ਬੰਦ ਕਰਨ ਲਈ ਮਜਬੂਰ ਨੇ। ਉਹ ਦੁਪਹਿਰ ਦੇ ਖਾਣ ਲਈ ਵੀ ਨਹੀਂ ਖੋਲ੍ਹੇ ਜਾ ਸਕਦੇ। ਉਹਨਾਂ ਨਾਲ ਹੀ ਕਿਹਾ ਹੈ ਕਿ ਉਹ ਲੋਕਾਂ ਨੂੰ ਉਹਨਾਂ ਨੌਕਰੀਆਂ ਲਈ ਅਰਜ਼ੀ ਨਹੀਂ ਦੇ ਰਹੇ ਨੇ ਜੋ ਉਹਨਾਂ ਦੇ ਕੋਲ ਉਪਲਬਧ ਨੇ। ਉਹਨਾਂ ਕਿਹਾ ਸਟਾਫਿੰਗ ਚੁਣੌਤੀਆਂ ਹਾਲ ਹੀ ਦੇ ਸਾਲਾਂ ਵਿੱਚ ਉਦਯੋਗ ਲਈ ਕੋਈ ਨਵੀਂ ਗੱਲ ਨਹੀਂ ਹੈ। ਪਿਛਲੀ ਗਿਰਾਵਟ ਦੇ ਵਿੱਚ ਅਲਾਇੰਸ ਆਫ ਬੇਵਰੇਜ ਲਾਇਸੈਂਸਸ ਨੇ ਕਿਹਾ ਹੈ ਕਿ ਕਾਰੋਬਾਰਾਂ ਦੇ ਵਿੱਚ ਹਜ਼ਾਰਾਂ ਜਿਹੜੀਆਂ ਨੇ ਉਹ ਕਾਮਿਆਂ ਦੀ ਕਮੀ ਹੈ। ਸਰਪ੍ਰਸਤਾਂ ਨੂੰ ਸਬਰ ਰੱਖਣ ਲਈ ਕਿਹਾ ਜਾ ਰਿਹਾ ਹੈ। ਕੁਝ ਚੇਤਾਵਨੀ ਦੇ ਨਾਲ ਸੇਵਾ ਲਈ ਲੰਬੀ ਉਡੀਕ ਹੋ ਸਕਦੀ ਹੈ। BCRF ਦੇ ਮੁਤਾਬਕ ਮਹਾਮਾਰੀ ਦੇ ਦੌਰਾਨ ਰੈਸਟੋਰੈਂਟ 117 ਦਿਨਾਂ ਲਈ ਵਿਅਕਤੀਗਤ ਭੋਜਨ ਲਈ ਬੰਦ ਸਨ। ਗਾਰਡਨ ਨੇ ਰੈਸਟੋਰੈਂਟਾਂ ਦੀ ਹੇਠਲੀ ਲਾਈਨ ਨੂੰ ਹੁਲਾਰਾ ਦੇਣ ਦੇ ਲਈ ਇੱਕ ਮਜ਼ਬੂਤ ਸੀਜ਼ਨ ਤੇ ਚੰਗੇ ਮੌਸਮ ਦੀ ਜ਼ਰੂਰਤ ਦਾ ਜ਼ਿਕਰ ਕੀਤਾ ਹੈ, ਪਰ ਵੈਨਕੂਵਰ ਸਿਟੀ ਦੇ ਵਿੱਚ ਕੁਝ ਐਪਲੀਕੇਸ਼ਨਾਂ ਨੂੰ ਅਜੇ ਵੀ ਮਨਜ਼ੂਰੀ ਨਹੀਂ ਦਿੱਤੀ ਗਈ ਹੈ। ਹੁਣ ਤੱਕ ਸ਼ਹਿਰ ਦਾ ਕਹਿਣਾ ਹੈ ਕਿ ਉਸ ਨੂੰ ਗਰਮੀਆਂ ਦੇ ਪੈਟੀਓ ਤੇ ਪਰਮਿਟਾਂ ਦੀ ਇੱਛਾ ਰੱਖਣ ਵਾਲੇ ਕਾਰੋਬਾਰਾਂ ਤੋਂ 278 ਅਰਜ਼ੀਆਂ ਪ੍ਰਾਪਤ ਹੋਈਆਂ ਨੇ। ਗਰਮੀਆਂ ਤੇ ਮੁੱਖ ਬੱਸ ਰੂਟਾਂ ਤੇ ਸਥਿਤ ਗਰਮੀਆਂ ਦੇ ਪੈਟੀਓ ਲਈ ਅਰਜ਼ੀਆਂ ਜਿਹੜੀਆਂ ਨੇ ਉਹ ਟ੍ਰੈਫਿਕ ਪ੍ਰਬੰਧਨ ਤੇ ਸੁਰੱਖਿਆ ਲਈ ਵਾਧੂ ਇੰਜੀਨੀਅਰਿੰਗ ਸਮੀਖਿਆ ਦੀ ਲੋੜ ਹੁੰਦੀ ਹੈ। ਕੁਝ ਮਾਮਲਿਆਂ ਵਿੱਚ ਪੈਟੀਓ ਤੋਂ ਬਚਾਉਣ ਦੇ ਲਈ ਕੰਕਰੀਟ ਰੁਕਾਵਟਾਂ ਜਾਂ ਹੋਰ ਸੁਰੱਖਿਆ ਵਿਸ਼ੇਸ਼ਤਾਵਾਂ ਦੁਆਰਾ ਸੁਰੱਖਿਆ ਦੀ ਲੋੜ ਹੁੰਦੀ ਹੈ।
ਬਾਕੀ ਅਰਜ਼ੀਆਂ ਵਿੱਚੋਂ ਅਜੇ ਵੀ ਪ੍ਰਕਿਰਿਆ ਦੇ ਵਿੱਚ ਨੇ। 36 ਜਿਹੜੇ ਨੇ ਉਹ ਪ੍ਰਪੋਜ਼ਡ ਪੈਟੀਓ ਟਿਕਾਣਿਆਂ ਦੇ ਲਈ ਆਵਾਜਾਈ ਸੁਰੱਖਿਆ ਉਪਾਵਾਂ ਦੀ ਲੋੜ ਹੈ ਤੇ ਸਟਾਫ ਇਹਨਾਂ ਬਿਨਾਕਾਰਾਂ ਦੇ ਨਾਲ ਇੰਸਟਾਲੇਸ਼ਨ ਦਾ ਤਾਲਮੇਲ ਕਰਨ ਲਈ ਕੰਮ ਕਰ ਰਿਹਾ ਹੈ, ਜੋ ਕਿ ਚੱਲ ਰਿਹਾ ਹੈ ਤੇ ਮਈ ਤੱਕ ਜਾਰੀ ਰਹੇਗਾ। ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਹਿਲਾਂ ਤੋਂ ਪਰਮਿਟ ਜਾਰੀ ਨਹੀਂ ਕੀਤੇ ਜਾਂਦੇ। ਪੈਟੀਓ ਦੀ ਅਰਜ਼ੀ ਦੀ ਪ੍ਰਕਿਰਿਆ ਮਾਰਚ ਵਿੱਚ ਸ਼ੁਰੂ ਹੋਈ ਸੀ। 1 ਅਪ੍ਰੈਲ ਤੋਂ ਸ਼ਹਿਰ ਦਾ ਕਹਿਣਾ ਹੈ ਕਿ ਉਸਨੇ 242 ਪਰਮਿਟਾਂ ਦਾ ਨਵੀਨੀਕਰਨ ਕੀਤਾ ਹੈ। ਜਿਸ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਟੈਂਪਰੇਰੀ ਜਿਹੜੇ ਵਰਕਰ ਨੇ ਉਹਨਾਂ ਦੇ ਪੱਕੇ ਹੋਣ ਦੀ ਪੂਰੀ ਪ੍ਰਕਿਰਿਆ ਹੈ ਕਿ ਕੌਣ-ਕੌਣ ਇਸ ਕੈਟਾਗਰੀ ਦੇ ਵਿੱਚ ਸ਼ਾਮਿਲ ਹੈ, ਕਦੋਂ ਇਸ ਸੰਬੰਧੀ ਹੋਰ ਵੱਡੇ ਐਲਾਨ ਹੋ ਸਕਦੇ ਨੇ, ਰਿਫਿਊਜ਼ੀਆਂ ਦੇ ਲਈ ਖਾਸ ਕਰਕੇ ਕੀ ਸੁਨੇਹਾ ਤੇ ਟਰੱਕਰਸ ਜਿਹੜੇ ਕਿ ਆਇਲਟਸ ਦੇ ਸਕੋਰ ਕਰਕੇ ਕੁਝ ਪੁਆਇੰਟਸ ਪੂਰੇ ਨਹੀਂ ਕਰ ਪਾ ਰਹੇ ਕਿ ਉਹ ਪੱਕੇ ਹੋਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਹੋਣਗੇ। ਤੇ ਹੁਣ ਜੇ ਕਿਸੇ ਦੇ ਆਇਲਟਸ ਕਰਕੇ ਪੁਆਇੰਟ ਘਟ ਰਹੇ ਨੇ ਤਾਂ ਕੀ ਉਹਨਾਂ ਵਾਸਤੇ ਵੀ ਜਿਹੜੀ ਹੈ ਪੱਕੇ ਹੋਣ ਦੀ ਪ੍ਰਕਿਰਿਆ ਦੀ ਰਾਹ ਆਸਾਨ ਹੋਈ ਹੈ, ਪੁਆਇੰਟ ਬੇਸ ਨੂੰ ਸੈੱਟ ਕੀਤਾ ਜਾਏਗਾ। ਇਹਨਾਂ ਸਾਰੇ तमाम ਸਵਾਲਾਂ ਦੇ ਉੱਤੇ ਜਵਾਬ ਦਿੱਤੇ MP ਰਣਦੀਪ ਸਰਾਏ ਨੇ। ਆਓ ਦੇਖਦੇ ਹਾਂ ਇਸ ਰਿਪੋਰਟ ਦੇ ਜ਼ਰੀਏ। ਕੈਨੇਡਾ 'ਚ ਆਉਣ ਵਾਲੇ ਹੁਣ ਤੱਕ ਦੇ ਜਿਹੜੇ ਟੈਂਪਰੇਰੀ ਵਰਕਰ ਨੇ ਉਹ ਜਲਦੀ ਪੱਕੇ ਹੋਣਗੇ। ਜੀ ਹਾਂ, ਇਸ ਸੰਬੰਧੀ ਪਾਰਲੀਮੈਂਟ ਦੇ ਵਿੱਚ ਬਿੱਲ 44 ਪਾਸ ਹੋ ਗਿਆ। ਇਹ ਸਿਰਫ ਇੱਕ ਵਾਰ ਦਾ ਪ੍ਰੋਗਰਾਮ ਨਹੀਂ ਹੈ, ਬਲਕਿ ਹਮੇਸ਼ਾ ਲਈ ਇਹ ਟੈਂਪਰੇਰੀ ਵਰਕਰਾਂ ਦੇ ਪੱਕੇ ਹੋਣ ਦੀ ਪ੍ਰਕਿਰਿਆ ਲਈ ਬਣਾਇਆ ਗਿਆ ਪ੍ਰੋਗਰਾਮ ਹੈ। MP ਰਣਦੀਪ ਸਰਾਏ ਦੇ ਨਾਲ ਇਸ ਸੰਬੰਧੀ ਕੁਝ ਸਵਾਲ ਕੀਤੇ ਗਏ, ਜਿਨ੍ਹਾਂ ਵਿੱਚ ਸਭ ਤੋਂ ਵੱਡੀ ਗੱਲ ਸੀ ਕਿ ਕੀ ਆਇਲਟਸ ਦਾ ਰੋਲ ਹੁਣ ਟੈਂਪਰੇਰੀ ਵਰਕਰਾਂ ਦੇ ਲਈ ਘਟੇਗਾ। ਤਾਂ ਰਣਦੀਪ ਸਰਾਏ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਾਂ ਉਹਦਾ ਸਕਿੱਲ ਲੈਵਲ ਘੱਟ ਹੈ, ਉਹਦਾ ਪੁਆਇੰਟ ਘੱਟ ਆਉਂਦੇ ਤਦੇ ਉਹਨੀ ਰੈਫਰੈਂਸ TR ਟੂ PR ਜਿਹਦੇ ਵਿੱਚ 78 ਆਈ ਥਿੰਕ ਓਨਲੀ ਪੁਆਇੰਟਸ ਦੀ ਰਿਕੁਆਇਰਮੈਂਟ ਸੀਗੀ। ਇਸ ਟਾਈਪ ਆਫ ਚੀਜ਼ ਦੇ ਵਿੱਚ ਗੁੰਜਾਇਸ਼ ਕੀਤੀ ਜਾਊਗੀ ਤਾਂ ਕਿ ਉਹ ਇਫ ਦੇ ਗੁੱਡ ਇਨਫ, ਜਿੱਦਾਂ ਇੰਗਲਿਸ਼ ਕਹਿੰਦੇ ਵੇ, ਆਪਣੇ ਕੰਮ ਕਰਨ ਵਾਸਤੇ ਠੀਕ ਹੈਗੇ ਆ, ਇੰਪਲੋਇਰ ਖੁਸ਼ ਆ, ਸੋ ਉਹਨਾਂ ਨੂੰ ਪੱਕੇ ਹੋਣਾ ਚਾਹੀਦਾ। ਉਹ ਕਾਹਤੇ ਡਿਫਰੈਂਸ ਹੈਗਾ ਉਹਨਾਂ ਦਾ, ਸੋ ਉਹ ਵਾਸਤੇ ਇੰਗਲਿਸ਼ ਦੇ ਲੈਵਲ ਆਈਲੈਟਸ ਤੇ ਉਹਨਾਂ ਦੇ ਲੋਅਰ ਸਕਿੱਲ ਰਿਡਿਊਸ ਕੀਤੇ ਜਾਣਗੇ। ਜਿਹੜਾ ਤੁਹਾਡਾ ਐਕਸਪੀਰੀਅੰਸ ਉਹਦੇ ਵੱਧ ਦਿੱਤੇ ਜਾਣਗੇ ਜੇ ਤੁਹਾਡਾ ਪੜ੍ਹਾਈ ਜਾਂ ਐਜੂਕੇਸ਼ਨ ਬੇਸ਼ੱਕ ਘੱਟ ਵੀ ਹੈਗੀ ਆ, ਸੋ ਉਹ ਪੁਆਇੰਟਸ ਦੀ ਗੁੰਜਾਇਸ਼। ਸੋ ਫੋਰ ਐਗਜ਼ਾਮਪਲ ਇਹਦੇ ਨਾਲ ਹੈਗਾ ਕਿ ਜਿਹੜਾ ਵਿਅਕਤੀ ਹਾਈ ਸਕਿਲਡ ਹੈਗਾ, ਐਜੂਕੇਸ਼ਨ ਹਾਈ ਆਈਲੈਟਸ, ਉਹ ਸ਼ਾਇਦ 2 ਸਾਲ 'ਚ ਜਿੱਦਾਂ ਅੱਗੇ ਹੁੰਦਾ ਸੀ PR ਹੋ ਜਾਊਗਾ। ਤਾਂ ਜਿਹੜਾ ਕੋ ਇੰਗਲਿਸ਼ ਲੈਵਲ ਘੱਟ ਆ, ਐਜੂਕੇਸ਼ਨ ਘੱਟ ਆ, ਉਹਦੇ ਸ਼ਾਇਦ 3 ਜਾਂ 4 ਸਾਲ 'ਚ ਹੋਣਗੇ। ਸੋ ਇਹਦੇ ਉਹ ਦੂਸਰੇ ਪਾਸੋਂ ਪੁਆਇੰਟ ਆਪਣੇ ਪੂਰੇ ਕਰ ਲੈਣਗੇ। ਸੋ ਇਹ ਆਸ ਹੈਗੀ ਹੈ ਕਿ ਉਹਦੇ ਪਰਮਾਨੈਂਟ ਹੋਊਗਾ ਪ੍ਰੋਗਰਾਮ। ਇਹ ਵਨ ਟਾਈਮ ਨਹੀਂ ਕਿ ਜਿਹੜੇ ਹੁਣ ਕੀ ਹੈਗੇ ਆ ਇਹਨਾਂ ਨੂੰ ਜੀ ਪੱਕੇ ਕਰਤਾ ਤਾਂ ਗਾਂ ਲੈ ਜੀ। ਇਹ ਇੱਕ ਪ੍ਰੋਗਰਾਮ ਹੀ ਸੈੱਟ ਹੋ ਜਾਊਗਾ ਇਮੀਗ੍ਰੇਸ਼ਨ ਦੇ ਵਿੱਚ, ਤਾਂ ਕਿ ਉਹ ਜਿੰਨੇ ਵੀ ਆਇਆ ਕਰਨਗੇ ਉਹਨਾਂ ਨੂੰ ਰਾਹ ਹੋ ਜਾਊਗਾ, ਆਸ ਹੋ ਜਾਊਗੀ, ਉਹਨਾਂ ਨੂੰ ਪ੍ਰੋਗਰਾਮ ਪਤਾ ਲੱਗ ਜਾਊ ਕਿ ਮੈਂ 2 ਸਾਲ 4 ਸਾਲ ਜਾਂ 5 ਸਾਲਾਂ 'ਚ ਮੈਂ PR ਹੋਣਾ, ਮੈਨੂੰ ਇੰਨੇ ਸਾਲ ਮਿਹਨਤ ਕਰਨੀ ਪੈਣੀ ਹੈ, ਕੰਮ ਕਰਨਾ ਪੈਣਾ, ਫਿਰ ਮੈਂ ਆਪਣਾ ਪਰਿਵਾਰ ਤੇ ਪੱਕੇ ਤੌਰ ਤੇ ਕੈਨੇਡਾ ਦੇ ਵਿੱਚ ਆ। ਕਿਉਂਕਿ ਕੈਨੇਡਾ ਨੂੰ ਵੀ ਪਲੈਨਿੰਗ ਕਰਨੀ ਪੈਂਦੀ ਹੁੰਦੀ ਆ। ਜਦੋਂ ਤੁਸੀਂ PR ਹੁੰਦੇ ਉਹਨਾਂ ਨੂੰ ਸਰਵਿਸਾਂ ਦੇਣੀਆਂ ਪੈਂਦੀਆਂ, ਤੁਹਾਨੂੰ ਇੰਗਲਿਸ਼ ਲੈਂਗੁਏਜ ਟ੍ਰੇਨਿੰਗ, ਸੈਟਲਮੈਂਟ ਸਰਵਿਸਿਜ਼, ਹੋਰ ਸਾਰੇ ਚੀਜ਼ ਹੁੰਦੇ ਆ ਜਿਹੜੇ ਉਹਨਾਂ ਨੂੰ ਅਰੇਂਜ ਕਰਨੇ ਪੈਂਦੇ ਆ। ਸੋ ਗਵਰਨਮੈਂਟ ਨੂੰ ਵੀ ਉਨੀ ਗੁੰਜਾਇਸ਼ ਚਾਹੀਦੀ ਹੈਗੀ ਆ, ਪਰ ਇਹਦੇ ਨਾਲ ਉਹ ਰਾਹ ਖੁੱਲ ਜਾਣਗੇ ਸਾਰਿਆਂ ਵਾਸਤੇ। ਕੌਣ-ਕੌਣ ਆਵੇਗਾ ਪੱਕੇ ਹੋਣ ਦੀ ਇਸ ਕੈਟਾਗਰੀ ਦੇ ਵਿੱਚ, ਆਓ ਜਾਣਦੇ ਹਾਂ। ਬਾਕਸ ਜਿਹੜੇ ਹੈਗੇ ਆ, ਜਿਹੜੇ ਉਹਨੂੰ C&D ਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹਦੇ ਵਿੱਚ ਇਹ ਜਿਹੜਾ ਮੋਸ਼ਨ ਦੇ ਵਿੱਚ ਆ ਉਹ ਕੈਟਾਗੋਰੀਆਂ ਤਾਂ ਦੇ ਰੈਫਰੈਂਸ ਟ੍ਰੇਡਸ, ਪ੍ਰੋਡਿਊਸ ਵਰਕਰਸ, ਕੇਅਰ ਗਿਵਰਸ, ਟਰੱਕ ਡਰਾਈਵਰ, ਟਰਾਂਸਪੋਰਟੇਸ਼ਨ ਵਾਲੇ, ਇਹ ਉਹਨਾਂ ਨੂੰ ਕੀਤਾ ਜਾ ਰਿਹਾ। ਸੋ NOC C&D A and B ਤਾਂ ਅੱਗੇ ਉਹਨਾਂ ਦੇ ਕਾਫੀ ਪੈਥਵੇਜ਼ ਹੈਗੇ ਆ। ਸੋ C&D ਨੂੰ ਇਹਦੇ ਵਿੱਚ ਕੀਤਾ ਜਾ ਰਿਹਾ ਜੀ। ਰਣਦੀਪ ਜੀ, ਫਿਲਹਾਲ ਆਮ ਸੋ ਸੌਰੀ, ਮੈਂ ਆਪਣੇ ਕਾਲਰਸ ਨੂੰ ਕਹਿਦਾ ਪਲੀਜ਼ ਮੈਂ ਕਾਲ ਪਿਕ ਨਹੀਂ ਕਰ ਪਾਣੀ। ਰਣਦੀਪ ਜੀ ਕੋ ਬਹੁਤ ਘੱਟ ਸਮਾਂ, ਆਪਾਂ ਇਹਨਾਂ ਨੂੰ ਫ੍ਰੀ ਕਰਨਾ ਹੈਗਾ। ਰਣਦੀਪ ਜੀ, ਆਖਿਰ ਦੇ ਵਿੱਚ ਬਹੁਤ ਸਾਰੇ ਲੋਕ ਖੁਸ਼ ਹੋ ਗਏ ਨੇ। ਹੁਣ ਉਹ ਖੁਸ਼ ਹੋਣ, ਪੇਸ਼ੈਂਸ ਰੱਖਣ, ਉਦਾਸ ਹੋਣ, ਇੰਤਜ਼ਾਰ ਕਰਨ, ਤੁਸੀਂ ਆਪੇ ਹੀ ਦੱਸ ਦਿਓ ਵੀ ਉਹ ਕੀ ਕਰਨ, ਕੀ ਕਹਿਣਾ ਚਾਹੋਗੇ ਆਪਣੇ ਵੱਲੋਂ। ਤੇ ਸਪੈਸ਼ਲੀ ਆਖਿਰ ਦੇ ਵਿੱਚ ਪਲੀਜ਼ ਇਹ ਵੀ ਦੱਸ ਦਿਓ ਵੀ ਆਹ ਕੈਟਾਗਰੀਜ਼ ਜਿਹੜੀਆਂ ਇਹਨਾਂ ਲਈ ਬਹੁਤ ਚੰਗੀ ਖਬਰ ਹੈ, ਇਹ ਕੈਟਾਗਰੀਜ਼ ਨੂੰ ਹਜੇ ਇੰਤਜ਼ਾਰ ਕਰਨਾ ਪਏਗਾ। ਸ਼ੋਰ। ਸੋ ਇਹ ਦੇਖੋ, ਪਹਿਲੀ ਗੱਲ ਤਾਂ ਪੇਸ਼ੈਂਸ ਰੱਖਿਓ, ਕਿਉਂਕਿ ਮਿਨਿਸਟਰ ਨੂੰ ਟਾਈਮ ਲੱਗਣਾ 3 ਤੋਂ 4 ਮਹੀਨੇ ਜਵਾਬ ਦੇਣ ਦਾ ਔਰ ਇਹ ਕੈਟਾਗੋਰੀਆਂ ਬਣਾਉਣ ਵਾਸਤੇ। ਨੰਬਰ 2, ਇਹ ਕੈਟਾਗੋਰੀਆਂ ਪਰਮਾਨੈਂਟ ਹੋਣੀਆਂ। ਸੋ ਇਹ ਸਾਰਿਆਂ ਨੂੰ ਇੱਕੋ ਦਮ ਨਹੀਂ ਰਿਜ਼ੋਲਵ ਹੋ ਜਾਣਾ, ਪਰ ਇਹਨਾਂ ਨੂੰ ਐਵਰੀ ਈਅਰ ਦੇ ਵਿੱਚ ਰਿਜ਼ੋਲਵ ਕੀਤਾ ਜਾਊਗਾ। ਸੋ ਸਾਧਨ ਖੁੱਲ ਜਾਣੇ, ਰਾਹ ਮੂਹਰੇ ਖੋਲ੍ਹਣ ਦੇ। ਔਰ ਖਾਸ ਕਰਕੇ NOC ਕੋਡ C&D ਜਿਹੜੇ ਲੋਅਰ ਸਕਿਲਡ ਪਰ ਐਸੈਂਸ਼ੀਅਲ ਹੈਗੇ ਆ, ਉਹ ਕੈਟਾਗੋਰੀਆਂ ਵਾਸਤੇ ਹੈਗਾ। ਔਰ ਲਾਸਟਲੀ ਇਹ ਜਿਹੜੇ ਫੇਲਡ ਰੈਫਿਊਜੀ ਆ ਜਾਂ ਕੱਚੇ ਹੈਗੇ ਆ ਜਿਹਨਾਂ ਕੋਲ ਕੋਈ ਸਟੇਟਸ, ਉਹਦੇ ਵਾਸਤੇ ਨਹੀਂ ਇਹ ਮੋਸ਼ਨ ਹੈਗਾ। ਉਹਦੇ ਵਾਸਤੇ ਉੱਦਾਂ ਪ੍ਰਾਈਮ ਮਿਨਿਸਟਰ ਨੇ ਇਮੀਗ੍ਰੇਸ਼ਨ ਮਿਨਿਸਟਰ ਨੂੰ ਮੈਂਡੇਟ ਲੈਟਰ ਦੇ ਵਿੱਚ ਕਿਹਾ ਕਿ ਉਹਨਾਂ ਵਾਸਤੇ ਵੀ ਅਨਡਾਕੂਮੈਂਟਡ
ਲਈ ਕੋਈ ਸਾਧਨ ਲੱਭੋ ਜਿਨ੍ਹਾਂ ਨਾਲ ਉਹਨਾਂ ਨੂੰ ਵੀ ਰੈਗੂਲਰਾਈਜ਼ ਕੀਤਾ ਜਾਵੇ। ਉਹ ਇੱਕ ਸੈਪਰੇਟ ਚੀਜ਼ ਆ, ਉਹਦਾ ਇੰਤਜ਼ਾਰ ਕਰੋ ਤਾਂ ਹੋਪਫੁਲੀ ਸਾਲ ਦੇ ਐਂਡ ਜਾਂ ਆਉਣ ਵਾਲੇ ਸਾਲ ਦੇ ਵਿੱਚ ਕੋਈ ਨਾ ਕੋਈ ਕੈਟਾਗਰੀ ਦਿੱਤੀ ਜਾਊਗੀ। ਪਰ ਇਨ ਦ ਮੀਨ ਟਾਈਮ ਇਹ ਬਹੁਤ ਪ੍ਰੋਮਿਸਿੰਗ ਨਿਊਜ਼ ਆ, ਪਰ ਆਬਵੀਅਸਲੀ ਇਹਦੇ ਤੁਹਾਨੂੰ ਡੀਟੇਲਸ ਜਿਹੜੀਆਂ ਉਹ ਆਉਣ ਵਾਲੇ ਮਹੀਨਿਆਂ ਦੇ ਵਿੱਚ ਆਉਣਗੀਆਂ, ਪਰ ਤੁਹਾਡੇ ਰਾਹ ਕਾਫੀ ਐਵਨਿਊਜ਼ ਖੁੱਲ੍ਹ ਜਾਣਗੇ ਤਾਂ ਕਿ ਤੁਹਾਨੂੰ ਪਤਾ ਲੱਗ ਜੂਗਾ ਕਿ ਜਦੋਂ ਮੈਂ ਇੱਥੇ ਕੈਨੇਡਾ ਆਇਆ, ਬੇਸ਼ੱਕ ਮੈਂ ਟੈਂਪਰੇਰੀ ਫੋਰਨ ਵਰਕਰ ਆ, ਮੈਂ ਪੱਕੇ ਹੋਣ ਦੇ ਵਿੱਚ ਮੇਰੇ ਕੋਲ ਆ ਕੈਟਾਗਰੀ ਹੈਗੀ ਆ, ਮੈਨੂੰ ਇੰਨਾ ਟਾਈਮ ਲੱਗੂਗਾ ਉਹ ਪੁਆਇੰਟ ਰੀਚ ਕਰਨ ਵਾਸਤੇ। ਸੋ ਇਹ ਹਰ ਇੱਕ ਵਾਸਤੇ ਬਹੁਤ ਗੁੱਡ ਨਿਊਜ਼ ਹੈਗੀ ਹੈ ਜਿਹੜੇ ਵੀ ਟੈਂਪਰੇਰੀ ਫੋਰਨ ਵਰਕਰਸ ਕੈਨੇਡਾ ਦੇ ਵਿੱਚ ਹੈਗੇ ਜੀ। ਇੰਟਰਨੈਸ਼ਨਲ ਵਿਦਿਆਰਥੀ ਤੇ ਸਪਾਊਸ ਤੇ ਕੰਮ ਕਰਨ ਵਾਲੇ ਕੀ ਪੱਕੇ ਹੋਣ ਦੀ ਪ੍ਰਕਿਰਿਆ ਦੇ ਵਿੱਚ ਸ਼ਾਮਿਲ ਨੇ? ਇਸ ਸੰਬੰਧੀ MP ਰਣਦੀਪ ਸਰਾਏ ਦਾ ਜਵਾਬ ਕੁਝ ਇਸ ਤਰ੍ਹਾਂ ਸੀ। ਜਿਹੜੇ ਟੈਂਪਰੇਰੀ ਅਗੇਨ ਲੀਗਲ ਕੰਮ ਦਾ ਹੀ ਅਸੀਂ ਦੇ ਸਕਦੇ ਹਾਂ ਕ੍ਰੈਡਿਟ। ਸੋ ਜਿਹੜੇ ਟੈਂਪਰੇਰੀ ਫੋਰਨ ਵਰਕਰ ਐਂਡ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਫੋਰ ਐਗਜ਼ਾਮਪਲ ਜਿਨ੍ਹਾਂ ਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਨਹੀਂ ਮਿਲਦਾ, ਉਹ LMIA ਤੇ ਕੰਮ ਕਰਦੇ ਆ, ਉਹਨਾਂ ਨੂੰ ਕਈ ਵਾਰੀ ਹਾਇਰ ਸਕਿੱਲ ਦੀ ਇਕੱਲੀ ਜੌਬ ਦੇ ਵਿੱਚ ਉਹਨਾਂ ਦੇ ਪੁਆਇੰਟ ਪੂਰੇ ਹੁੰਦੇ ਆ। ਸੁਪਰਵਾਈਜ਼ਰ ਕੈਟਾਗਰੀ ਦੇ ਵਿੱਚ ਜੇ ਟੈਲਰ ਕਰਦੇ ਆ ਤਾਂ ਨਹੀਂ ਮਿਲਦਾ, ਉਹਨਾਂ ਵਾਸਤੇ ਵੀ ਇਹ ਰਾਹ ਦਿੱਤੇ ਜਾਣਗੇ, ਤਦੇ ਉਹਨਾਂ ਨੂੰ ਵੀ ਇਹਦੇ ਵਿੱਚ ਇੰਕਲੂਡ ਕੀਤਾ ਗਿਆ। ਪਰ ਇਹਦੇ ਨਾਲ ਇਹ ਨਹੀਂ ਕਿ ਸਪਾਊਸਾਂ ਦਾ ਜਿਹੜਾ ਹੈਗਾ, ਸੋ ਜਦੋਂ ਜਿਹੜਾ ਮੇਨ ਐਪਲੀਕੈਂਟ ਆ ਜੇ ਉਹਦੇ ਪੁਆਇੰਟ ਦਾ ਕੁਆਲੀਫਿਕੇਸ਼ਨ ਪੂਰੇ ਹੁੰਦੇ ਤਾਂ ਪਰਿਵਾਰ ਫਿਰ ਨਾਲ ਹੀ ਹੋ ਜਾਂਦਾ ਹੁੰਦਾ। ਬਹੁਤ ਸਾਰੇ ਟਰੱਕਰਸ ਜਿਹੜੇ ਕਿ ਆਇਲਸ ਕਰਕੇ ਪੁਆਇੰਟ ਪੂਰੇ ਨਹੀਂ ਕਰ ਪਾ ਰਹੇ, ਉਹਨਾਂ ਲਈ ਰਾਹ ਕਿੰਨੀ ਕੁ ਆਸਾਨ ਹੈ? ਖਾਸ ਕਰਕੇ ਰਿਫਿਊਜੀ ਜਿਹੜੇ ਬਹੁਤ ਹੀ ਲੰਮੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਨੇ, ਉਹ ਹੁਣ ਬਿੱਲ 44 ਮੁਤਾਬਕ ਪੱਕੇ ਹੋਣ ਦੀ ਰਾਹ ਤੇ ਨੇ। ਹਾਂਜੀ, ਸੋ ਅਗੇਨ ਮੈਂ ਜਿਵੇਂ ਐਗਜ਼ਾਮਪਲ ਦਿੱਤਾ, ਉਹਨਾਂ ਦਾ ਹਾਈ ਹੈ ਕਿ ਇੱਕ ਟਰੱਕ ਡਰਾਈਵਰ ਉਹਦੇ ਕੰਮ ਕਰਦਾ ਉਹਦੇ ਕੋਲ ਗ੍ਰੈਜੂਏਟ ਡਿਗਰੀ ਹੈਗੀ, ਉਹਦੇ ਉਹ ਸਕਿੱਲ ਲੈਵਲ ਉਹਦੇ ਨਾਲ ਪੁਆਇੰਟ ਵੱਧ ਜਾਂਦੇ, ਉਹਦੀ ਆਈਲੈਟਸ ਵੀ ਚੰਗਾ। ਤਾਂ ਦੂਸਰਾ ਸੇਮ ਹੀ ਕੰਪਨੀ ਨਾਲ ਕੰਮ ਕਰਦਾ, ਉਹ 12ਵੀਂ ਤੇ ਹੁਣ ਕਲਾਸ 1 ਕੀਤਾ, ਉਹਦੇ ਇੰਗਲਿਸ਼ ਥੋੜੀ ਘੱਟ ਆ, ਸੋ ਉਹਨਾਂ ਨੂੰ ਵੀ ਕੀਤਾ ਜਾਊਗਾ। ਉਹ ਸ਼ਾਇਦ ਉਹਨੂੰ ਸਾਲ ਜਾਂ 2 ਸਾਲ ਵੱਧ ਲਾਉਣੇ ਪਊਗੇ ਕਿਉਂਕਿ ਉਹਦੇ ਪੁਆਇੰਟ ਕੈਨੇਡੀਅਨ ਐਕਸਪੀਰੀਅੰਸ ਦੇ ਨਾਲ ਵਧੂਗੇ। ਸੋ ਉਹਦੇ ਕੋਲ ਜੇ ਲੈਂਗੁਏਜ ਦੇ ਨਹੀਂ ਹੈਗੇ, ਦੂਸਰੇ ਕੋਲ ਹੈਗੇ, ਉਹ ਜਲਦੀ ਹੋ ਜਾਊਗਾ। ਪਰ ਉਹੀ ਸਾਲ ਉਹਨ ਵੱਧ ਕੰਮ ਕੀਤਾ ਜਾਂ 2 ਸਾਲ ਵੱਧ ਕੰਮ ਕੀਤਾ, ਉਹ ਉਧਰੋਂ ਆਪਣੇ ਪੁਆਇੰਟ ਪੂਰੇ ਕੀਤੇ ਜਾਊਗੇ। ਸੋ ਇਸ ਟਾਈਪ ਆਫ ਐਡਜਸਟਮੈਂਟ ਕੀਤੀ ਜਾਊਗੀ। ਸੇਮ ਵਿਦ ਲੈਂਗੁਏਜ, ਜਿੱਥੇ ਲੈਂਗੁਏਜ ਥੋੜੀ ਸਕਿੱਲ ਦੇ ਨਾਲ ਕੰਮ ਚੱਲਦਾ ਤੁਹਾਡਾ ਔਰ ਕੋਈ ਤੁਹਾਨੂੰ ਪ੍ਰੋਬਲਮ ਨਹੀਂ ਹੈਗੀ, ਉੱਥੇ ਆਈਲੈਟਸ ਦੇ ਸਕੋਰ ਰਿਡਿਊਸ ਕੀਤੇ ਜਾਣਗੇ ਤਾਂ ਕਿ ਉਹ ਉਸ ਤਰੀਕੇ ਦੇ ਨਾਲ ਪੱਕੇ ਹੋ ਜਾਣ। ਉਹ ਚੀਜ਼ ਵੱਖਰੀ। ਜਿਹੜੀ ਰੈਫਿਊਜੀ ਫੇਲਡ ਰੈਫਿਊਜੀ ਹੈਗੇ ਆ, ਉਹ ਬੇਸਿਕਲੀ ਹੈਗੇ ਜਿਹਨੇ ਕਲੇਮ ਕੀਤਾ ਰੈਫਿਊਜੀ ਪਾਸ ਨਹੀਂ ਹੋਏ, ਉਹਨੇ ਟੈਸਟ ਜਿਹੜਾ ਕੈਨੇਡਾ ਦਾ ਹੈਗਾ ਕਿ ਰੈਫਿਊਜੀ ਹੋਣਾ ਚਾਹੀਦਾ, ਉਹ ਨਹੀਂ ਹੋਏ, ਇਸ ਕਰਕੇ ਉਹ ਟੈਕਨੀਕਲੀ ਕੋਈ ਕੈਟਾਗਰੀ 'ਚ ਨਹੀਂ ਹੈਗਾ। ਹਾਂ, ਕਈ ਕੰਟਰੀਆਂ ਉਹਨਾਂ ਨੂੰ ਵਾਪਸ ਨਹੀਂ ਪਾਸਪੋਰਟ ਦਿੰਦੀਆਂ ਕਿ ਉਹ ਕਹਿੰਦੇ ਜੇ ਤੁਸੀਂ ਰੈਫਿਊਜੀ ਕਲੇਮ ਕੀਤਾ ਅਸੀਂ ਦੇਣਾ ਨਹੀਂ। ਸੋ ਉਹਨਾਂ ਵਾਸਤੇ ਕੋਈ ਫਿਗਰ ਆਊਟ ਕਰਨਾ ਪਊਗਾ, ਪਰ ਉਹਨਾਂ ਦੀ ਕੋਈ ਟੈਕਨੀਕਲੀ ਆਬਲੀਗੇਸ਼ਨ ਕੈਨੇਡਾ ਲਈ ਨਹੀਂ ਹੈਗੀ ਕਿ ਅਸੀਂ ਵੀ ਤੁਹਾਨੂੰ ਫੇਲ ਕੀਤਾ, ਅਸੀਂ ਤੁਹਾਡੀ ਸੁਣਾਈ ਨਹੀਂ ਕੀਤੀ। ਪਰ ਉਹਨਾਂ ਲਈ ਆਸ ਹੈ ਕਿ ਕੋਈ ਨਾ ਕੋਈ ਸਾਧਨ, ਖਾਸ ਕਰਕੇ ਜਿਹੜੇ ਕਾਫੀ ਚਿਰ ਦੇ ਕੰਮ ਕਰਦੇ ਆ ਰਹੇ ਆ ਇੱਥੇ, ਉਹਨਾਂ ਨੂੰ ਵੀ ਕਿਸੇ ਤਰੀਕੇ ਨਾਲ ਪੱਕੇ ਕੀਤਾ ਜਾਵੇ। ਕੈਨੇਡਾ PR ਕਰਦੇ ਹੋਏ ਕਿਹੜੀਆਂ ਗੱਲਾਂ ਦਾ ਖਿਆਲ ਰੱਖਦਾ ਹੈ, ਆਓ ਇਹ ਵੀ ਜਾਣਦੇ ਹਾਂ। ਸੈਟ ਲਿਮਿਟ ਹੁੰਦੇ ਆ, ਜਿਵੇਂ 4,34,000 ਆ, ਉਹ 4,34,000 'ਚ ਵੀ ਕੈਟਾਗਰੀ ਇੰਨੇ ਸਪਾਊਸਲ ਸਪਾਂਸਰਸ਼ਿਪ ਆ, ਇੰਨੇ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਆ, ਇੰਨੇ ਇਕਨੋਮਿਕ ਆ, ਇਕਨੋਮਿਕ ਦੇ ਵਿੱਚ ਇੰਨੇ ਹਾਈ ਸਕਿਲਡ ਆ, ਇੰਨੇ ਮੀਡੀਅਮ ਸਕਿਲਡ ਹੈਗੇ ਆ, ਇੰਨੇ ਨੈਨੀਆਂ ਜਾਂ ਕੇਅਰ ਗਿਵਰ ਹੈਗੀਆਂ, ਇੰਨੇ ਰੈਫਿਊਜੀ ਹੈਗੇ ਆ, ਇੰਨੇ ਹਿਊਮੈਨਿਟੇਰੀਅਨ ਹੈਗੇ ਆ। ਸੋ ਇਹ ਸਾਰੇ ਉਹ ਕੈਟਾਗਰੀ ਜੇ ਵੱਧ ਗਈ ਤਾਂ ਉਹ ਨੈਕਸਟ ਸਾਲ ਤੁਹਾਡੀ ਲਾਈਨ ਚੱਲ ਜਾਂਦੀ ਆ। ਉਹ ਜਿਹੜੀ ਉਹ ਕੈਬਨਿਟ ਡਿਸੀਜਨ ਹੈ, ਕਿਉਂਕਿ ਜਿਵੇਂ ਦੱਸਿਆ ਉਹਨਾਂ ਨੂੰ ਸਰਵਿਸਿਜ਼ ਉਨੀਆਂ ਪ੍ਰੋਵਾਈਡ। ਜਿਹੜੇ ਟੈਂਪਰੇਰੀ ਫੋਰਨ ਵਰਕਰ ਹੁੰਦੇ ਆ ਔਰ ਸਟੂਡੈਂਟ ਆ, ਇਹਨਾਂ ਦੀ ਲਿਮਿਟ ਨਹੀਂ ਹੈਗੀ। ਇਹ ਤਾਂ ਜਿੰਨਾ ਮੋਰੇ ਵਰਕਰਾਂ ਨੂੰ ਲੋੜ ਆ ਉਨੇ ਆ ਸਕਦੇ ਆ, ਲੌਂਗ ਐਜ਼ ਅਨਐਮਪਲੋਇਮੈਂਟ ਰੇਟ ਵੱਧ ਨਹੀਂ ਰਿਹਾ ਉਹਦੇ ਨਾਲ। ਸੇਮ ਵਿਦ ਸਟੂਡੈਂਟ, ਲੌਂਗ ਐਜ਼ ਉਹ ਯੂਨੀਵਰਸਿਟੀ ਜਾਂ ਕਾਲਜ ਉਹਨਾਂ ਨੂੰ ਐਕਸੈਪਟ ਕਰਨ ਲਈ ਸੀਟਾਂ ਹੈਗੀਆਂ, ਉਹ ਉਹਨਾਂ ਨੂੰ ਲਿਆ ਸਕਦੇ ਆ, ਕਿਉਂਕਿ ਉਹ ਟੈਂਪਰੇਰੀ ਸਟੇਟਸ 'ਚ ਹੀ ਆ ਅਜੇ ਤੱਕ। ਕੈਨੇਡਾ ਉਹਨਾਂ ਦਾ ਜਦੋਂ ਮਰਜ਼ੀ ਬੰਦ ਤੇ ਖੋਲ ਸਕਦਾ। ਜਿਹੜਾ ਪਰਮਨੈਂਟ ਰੈਜ਼ੀਡੈਂਸ ਆ, ਉਹ ਕੈਟਾਗਰੀ ਉਸ ਜੇ 2 ਲੱਖ ਆ ਗਏ ਫੋਰ ਐਗਜ਼ਾਮਪਲ, ਸਪਾਊਸਸ ਹੀ ਆ ਗਏ, ਤੇ ਪਰ ਉਹਨੀ ਗੁੰਜਾਇਸ਼ ਸਿਰਫ ਹੈਗੀ ਆ 1 ਲੱਖ ਦੀ ਫੈਮਿਲੀ ਦੇ ਵਿੱਚ, ਉਹ 1 ਲੱਖ ਨੇ ਪੁਸ਼ ਬੈਕ ਹੋ ਜਾਣਾ। ਪਰ ਗੋਲ ਹੁੰਦਾ ਕਿ ਸਪਾਊਸਸ ਫੋਰ ਐਗਜ਼ਾਮਪਲ 10 ਤੋਂ 12 ਮਹੀਨਿਆਂ 'ਚ ਹੋਣ, ਜਿਹੜੇ ਨੋਰਮਲ ਮੈਰਿਜ ਕਲਾਸ ਜਿਹੜਾ ਹੈਗਾ। ਸੈਕੰਡ ਵੇ ਇਕਨੋਮਿਕ ਦਾ ਹੁੰਦਾ, ਕਿਉਂਕਿ ਫੈਕਟਰੀ ਨੇ ਵੇਟ ਨਹੀਂ ਕਰਨਾ ਸਾਲ ਲਈ, ਜੋ ਨਹੀਂ ਬੰਦਾ ਇਹਨੂੰ ਮੰਗਾਉਣਾ, ਉਹਨਾਂ ਨੂੰ ਰਾਈਟ ਵੇ ਚਾਹੀਦੇ ਹੁੰਦੇ ਸਕਿੱਲ, ਉਹ ਪ੍ਰਾਇੋਰਟੀ 'ਚ ਹੁੰਦੇ ਆ। ਬਾਕੀ ਰੈਫਿਊਜੀ ਫੋਰ ਐਗਜ਼ਾਮਪਲ ਭੀੜ ਟਾਈਮ ਤੇ ਜਲਦੀ ਕੇਵਰੀ ਕਰਨੇ ਪੈਂਦੇ ਹੁੰਦੇ, ਇਹ ਟਾਈਪ ਦੇ ਹਰ ਇੱਕ ਦੇ ਕੈਟਾਗਰੀ ਆਪਣੇ ਆਪਣੇ ਆ। ਤੇ ਦੂਸਰੇ ਜਿਵੇਂ ਉਹ ਟੈਂਪਰੇਰੀ ਫੋਰਨ ਵਰਕਰ ਨੂੰ ਐਪਲੀਕੇਸ਼ਨ ਲਾਈ ਆ, ਉਹਦਾ ਉਹ ਕਹਿ ਦਿੰਦੇ ਪੇਸ਼ੈਂਸ ਰਹੋ, ਤੁਹਾਡੇ ਕੋਲ ਮੈਡੀਕਲ ਹੁਣ ਹੈਗਾ,
ਜੌਬ ਹੈਗੀ ਕੈਨੇਡਾ 'ਚ, ਤੁਹਾਡੀ ਲਾਈਨ 'ਚ ਕਿਊ ਲੱਗਾ 6 ਮਹੀਨੇ ਵੱਧ ਲੱਗ ਜਾਣਗੇ। ਜਿਸ ਹੈਂਗ ਟਾਈਟ ਪੇਸ਼ੈਂਟ ਤੁਸੀਂ ਕੈਨੇਡਾ ਦੇ ਵਿੱਚ ਹੀ ਆ ਔਰ ਤੁਹਾਡਾ ਆ ਜਾਣਾ ਬਾਰੀ। ਹੁਣ ਦੇਖਣਾ ਇਹ ਹੋਏਗਾ ਕਿ ਕਦੋਂ ਤੱਕ ਇਮੀਗ੍ਰੇਸ਼ਨ ਮੰਤਰੀ ਦੇ ਵੱਲੋਂ ਇਸ ਸਾਰੀ ਕੈਟਾਗਰੀ ਨੂੰ ਲੈ ਕੇ ਵੱਡੇ ਐਲਾਨ ਕੀਤੇ ਜਾਂਦੇ ਨੇ ਕਿ ਕਦੋਂ ਤੇ ਕਿਹੜੀ ਪ੍ਰਕਿਰਿਆ ਦੇ ਵਿੱਚ ਅਰਜ਼ੀਆਂ ਪੱਕੇ ਹੋਣ ਦੀਆਂ ਚੁੱਕੀਆਂ ਜਾਣਗੀਆਂ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਸਪੈਸ਼ਲ ਰਿਪੋਰਟ। ਦੱਸ ਦਈਏ ਕਿ ਵੈਟੀਕਨ ਤੋਂ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਉਸ ਮੁਤਾਬਕ ਪੋਪ ਫ੍ਰਾਂਸਿਸ ਜਿਹੜੇ ਨੇ ਉਹ ਇਸ ਗਰਮੀ ਦੇ ਵਿੱਚ ਕੈਨੇਡਾ ਦਾ ਦੌਰਾ ਕਰਨਗੇ। ਹਾਲਾਂਕਿ ਇਹ ਚੀਜ਼ ਵੀ ਨਾਲ ਦੀ ਨਾਲ ਕਹੀ ਜਾ ਰਹੀ ਹੈ ਕਿ ਕੈਮਲੂਪਸ ਦੇ ਵਿੱਚ ਜਿਹੜਾ ਉਹ ਨਹੀਂ ਰੁਕਣਗੇ ਜ਼ਿਆਦਾ ਸਮੇਂ ਦੇ ਲਈ। ਬਾਕੀ 3 ਥਾਵਾਂ ਹੈਗੀਆਂ ਨੇ ਜਿਨ੍ਹਾਂ ਦਾ ਜ਼ਿਕਰ ਕੀਤਾ ਗਿਆ ਕਿ ਉੱਥੇ ਉਹ ਰੁਕ ਸਕਦੇ ਨੇ। ਸੋ ਅਜਿਹੇ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਸੀ, ਜਦੋਂ ਦਾ ਖਾਸ ਕਰਕੇ ਰਿਹਾਇਸ਼ੀ ਸਕੂਲਾਂ ਦਾ ਮੁੱਦਾ ਉੱਠਿਆ ਸੀ। ਰਿਹਾਇਸ਼ੀ ਸਕੂਲਾਂ ਦੇ ਵਿੱਚ ਅਨਮਾਰਕ ਜਿਹੜੀਆਂ ਖਬਰਾਂ ਮਿਲੀਆਂ ਸੀ ਤਾਂ ਉਸ ਵੇਲੇ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਮੂਲ ਵਾਸੀਆਂ ਦੇ ਵੱਲੋਂ ਕਿ ਪੋਪ ਫ੍ਰਾਂਸਿਸ ਕੈਨੇਡਾ ਦਾ ਦੌਰਾ ਕਰਨ, ਰੈਜ਼ੀਡੈਂਸ਼ੀਅਲ ਸਕੂਲਾਂ ਦਾ ਦੌਰਾ ਕਰਨ ਤੇ ਇੱਥੇ ਆ ਕੇ ਮਾਫੀ ਮੰਗਣ। ਸੋ ਇਹ ਦੌਰਾ ਇਸ ਗਰਮੀਆਂ ਦੇ ਵਿੱਚ ਜਿਹੜਾ ਉਹ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਖਬਰ ਦੇ ਮੁਤਾਬਕ ਉਹ ਐਲਬਰਟਾ, ਕਿਊਬਿਕ ਤੇ ਨੁਨਾਵਤ ਦੇ ਵਿੱਚ ਰੁਕਣਗੇ। ਪੂਰੀ ਯਾਤਰਾ ਸੰਬੰਧੀ ਤਾਂ ਜਾਣਕਾਰੀ ਨਹੀਂ ਹੈ, ਪਰ ਮੂਲ ਵਾਸੀ ਨੇਤਾਵਾਂ ਦੇ ਨਾਲ ਉਹ ਮੁਲਾਕਾਤ ਕਰਨ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਕੁਝ ਜਾਣਕਾਰੀਆਂ ਅਜਿਹੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਕੈਨੇਡਾ ਵਿੱਚ ਰਿਹਾਇਸ਼ੀ ਸਕੂਲਾਂ ਦੇ ਵਿੱਚ ਰੋਮਨ ਚਰਚ ਦੀ ਭੂਮਿਕਾ ਦੇ ਲਈ ਪਿਛਲੇ ਮਹੀਨੇ ਪੋਪ ਫ੍ਰਾਂਸਿਸ ਦੀ ਇਤਿਹਾਸਕ ਮੁਆਫੀ ਤੋਂ ਬਾਅਦ ਇਹ ਦੌਰਾ ਹੋਇਆ ਹੈ। ਹਾਲਾਂਕਿ ਪੋਪ ਆਪਣੀ ਯਾਤਰਾ ਦੌਰਾਨ ਕੈਮਲੂਪਸ ਦਾ ਦੌਰਾ ਕਰਨ ਲਈ ਤਿਆਰ ਨਹੀਂ ਨੇ, ਜੋ ਕਿ ਸਾਬਕਾ ਕੈਮਲੂਪਸ ਇੰਡੀਅਨ ਰੈਜ਼ੀਡੈਂਸ਼ੀਅਲ ਸਕੂਲ ਵਿਖੇ 215 ਅਨਮਾਰਕਡ ਕਬਰਾਂ ਦੀ ਖੋਜ ਦੇ ਲਗਭਗ 14 ਮਹੀਨਿਆਂ ਬਾਅਦ ਹੋਏਗੀ। ਨੇਸ਼ਨ ਦੇ ਮੁਖੀ ਨੇ ਹਾਲਾਂਕਿ ਬਹੁਤ ਸਾਰੀਆਂ ਗੱਲਾਂ ਪਹਿਲਾਂ ਵੀ ਸਾਂਝੀਆਂ ਕੀਤੀਆਂ ਸੀ। ਉਹਨਾਂ ਕਿਹਾ ਸੀ ਕਿ ਉਹਨਾਂ ਦਾ ਭਾਈਚਾਰਾ ਤੇ ਹੋਰ ਗੁਆਂਢੀ ਸ਼ੁਰੂਆਤੀ ਯਾਤਰਾ ਯੋਜਨਾਵਾਂ ਦੇ ਲਈ ਤਿਆਰ ਨਹੀਂ ਸਨ। ਉਹ ਕਾਫੀ ਹੱਦ ਤੱਕ ਨਿਰਾਸ਼ਾਜਨਕ ਸੀ। ਜਿੱਦਾਂ ਕਿ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਇੱਕ ਖਬਰ ਲੈ ਕੇ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ ਹਾਜ਼ਰੀ ਲਵਾ ਰਿਹਾ। ਅਰੋਰਾ ਕੈਨੇਬਸ ਕੰਪਨੀ ਇੱਕ ਜੀ ਜਿਹੜੀ ਤੁਹਾਨੂੰ ਪਤਾ ਭੰਗ ਦਾ ਕਾਰੋਬਾਰ ਕਰਦੇ ਸੀਗੇ। ਉਹਨਾਂ ਨੇ ਦੱਸਿਆ ਜਾਂਦਾ ਵੀ ਪਿਛਲੇ ਸਾਲ ਤੀਸਰੇ ਕੁਆਟਰ ਦੇ ਵਿੱਚ $1 ਬਿਲੀਅਨ ਜਿਹੜਾ ਉਹਦਾ ਉਹਨਾਂ ਨੂੰ ਘਾਟਾ ਪਿਆ ਆ। ਇਸ ਕਰਕੇ ਉਹਨਾਂ ਨੇ ਹੁਣ ਫੈਸਲਾ ਕੀਤਾ ਵੀ ਐਡਮਿੰਟਨ ਦਾ ਜਿਹੜਾ ਉਹਨਾਂ ਦਾ ਆਪਰੇਸ਼ਨ ਹੈਗਾ ਉਹਨੂੰ ਬੰਦ ਕਰ ਦੇਣਾ, ਫੈਸਿਲਿਟੀ ਨੂੰ। ਇਕੱਲੀ ਐਡਮਿੰਟਨ ਵਾਲੀ ਫੈਸਿਲਿਟੀ ਨਹੀਂ ਬੰਦ ਹੋ ਰਹੀ ਜੀ, 2 BC ਦੇ ਵਿੱਚ ਆ ਉਹ ਵੀ ਬੰਦ ਹੋ ਰਹੀਆਂ ਨੇ। ਉਹਨਾਂ ਵੱਲੋਂ ਦੱਸਿਆ ਗਿਆ ਵੀ ਇਹ ਫੈਸਿਲਿਟੀਆਂ ਤਾਂ ਬੰਦ ਕੀਤੀਆਂ ਜਾ ਰਹੀਆਂ ਕਿਉਂਕਿ ਸੇਲਸ ਵਗੈਰਾ ਘਟ ਗਈਆਂ ਨੇ। ਪ੍ਰਾਈਸਿੰਗ ਪ੍ਰੈਸ਼ਰ ਆ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹ ਗਈਆਂ ਆਲੇ ਦੁਆਲੇ। ਔਰ ਜਿਹੜੀ ਸਭ ਤੋਂ ਵੱਡੀ ਗੱਲ ਰਹੀ ਜੀ ਉਹ ਸੀਗਾ ਕੋਵਿਡ-19 ਪੈਂਡੈਮਿਕ, ਇਹਦਾ ਕਰਕੇ। ਸੋ ਇਹ ਤੀਸਰੇ ਕੁਆਟਰ ਦੇ ਵਿੱਚ ਇਹਨਾਂ ਨੂੰ ਪਿਛਲੇ ਸਾਲ ਨਾਲੋਂ ਜਿਹੜਾ ਉਦੋਂ ਪਹਿਲੇ ਸਾਲ 'ਚ ਮਤਲਬ ਘਾਟਾ ਪਿਆ ਸੀ ਉਹਦੇ ਮਤਲਬ 160-61 ਮਿਲੀਅਨ ਦਾ ਸੀ, ਉਹਦੇ ਨਾਲੋਂ ਕਿਤੇ ਜ਼ਿਆਦਾ ਜਿਹੜਾ ਘਾਟਾ ਇਹਦੇ ਵਿੱਚ ਪੈ ਰਿਹਾ ਹੈਗਾ। ਸੋ ਇਸ ਕਰਕੇ ਉਹਨਾਂ ਨੇ ਇਹ ਜਿਹੜੇ ਪਲਾਂਟ ਹੈਗੇ ਬੰਦ ਕਰ ਦੇਣੇ ਆ। ਅਰੋਰਾ ਐਨੰਦੀਆ ਤੇ ਵਿਸਲਰ ਐਲਫਾ ਲੇਕ ਵਾਲਾ ਜਿਹੜਾ ਉਹ ਵੀ ਜਦੋਂ 4th ਕੁਆਟਰ ਹੈਗਾ ਸਾਲ ਦਾ ਪੂਰਾ ਹੋਣਾ ਉਦੋਂ ਬਾਅਦ ਬੰਦ ਕਰ ਦੇਣਾ। ਤੇ ਅਰੋਰਾ ਸਕਾਈ ਜਿਹੜਾ ਐਡਮਿੰਟਨ ਵਿੱਚ ਆ ਉਹ ਤੀਸਰਾ ਕੁਆਟਰ 2023 ਦਾ ਜਦੋਂ ਪੂਰਾ ਹੁੰਦਾ ਸੀ ਤੇ ਉਹਦਾ ਬੰਦ ਕਰ ਦੇਣਾ। ਉਹਦੇ 'ਚ 16% ਦੱਸਿਆ ਜਾਂਦਾ ਉਹਨਾਂ ਦੀ ਜਿਹੜੀ ਵਰਕ ਫੋਰਸ ਸੀਗੀ ਜੀ ਇਹਦੇ ਕੰਮ ਕਰਦੀ। ਇਹ ਉਹਨਾਂ ਨੇ ਜਦੋਂ ਕੈਨੇਡੀਅਨ ਪ੍ਰੈਸ ਨੂੰ ਗੱਲ ਦੱਸੀ ਆ, ਜਦੋਂ ਪ੍ਰੈਸ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਵੀ ਤੁਹਾਡੀ ਟੋਟਲ ਵਰਕ ਫੋਰਸ ਕਿੰਨੀ ਆ, ਤੇ ਉਹਨਾਂ ਨੇ ਇਹ ਦੱਸਣ ਤੋਂ ਨਾ ਕਰ ਦਿੱਤੀ। ਕਾਰਨ ਇਹ ਬਣਿਆ ਜੀ, ਉਹ ਕਹਿੰਦੇ ਵੀ ਇੱਕ ਤਾਂ ਇਨਵੈਂਟੋਰੀ ਬਹੁਤ ਜਮ੍ਹਾਂ ਹੋ ਗਈ ਸੀਗੀ ਤੇ ਦੂਸਰਾ ਸਮਾਨ ਥੋੜ੍ਹਾ ਜਿਹਾ ਪੁਰਾਣਾ ਹੋ ਗਿਆ ਸੀਗਾ। ਇਹ ਤਾਂ ਸ਼ਾਇਦ ਜੀ ਵਰਤਣ ਵਾਲੇ ਦੱਸਣ ਵੀ ਇਹ ਸ਼ਰਾਬ ਜਿਵੇਂ ਸ਼ਰਾਬ ਪੁਰਾਣੀ ਹੁੰਦੀ ਕਹਿੰਦੇ ਵਧੀਆ ਹੋ ਜਾਂਦੀ ਆ, ਇਹ ਜਿਹੜਾ ਸਮਾਨ ਹੈਗਾ ਵੀ ਸਮਾਂ ਲੰਘਣ ਦੇ ਨਾਲ ਪੁਰਾਣਾ ਹੁੰਦਾ ਕਿ ਨਹੀਂ, ਲੱਗਦਾ ਹੈ ਵੀ ਇਹਦਾ ਜਿਹੜਾ ਅਸਰ ਆ ਉਹ ਘਟ ਜਾਂਦਾ ਲੱਗਦਾ। ਇਸ ਕਰਕੇ ਉਹ ਕਹਿੰਦੇ ਜੀ ਸਾਡਾ, ਔਰ ਦੂਸਰਾ ਫੀਅਰਸ ਕੰਪੀਟੀਸ਼ਨ ਜਿਹੜਾ ਉਹ ਵੀ ਇਹਨਾਂ ਨੂੰ ਬਹੁਤ ਪ੍ਰੋਬਲਮ ਜਿਹੜੀਆਂ ਜੀ ਖੜੀਆਂ ਕਰ ਰਿਹਾ ਹੈਗਾ। ਤੇ ਜਿਹੜਾ ਇੱਥੇ ਐਡਮਿੰਟਨ ਵਿੱਚ ਇਹ ਬੰਦ ਕਰ ਰਿਹਾ ਆਪਰੇਸ਼ਨ, ਉਹਦੇ ਨਾਲ ਇਹਨਾਂ ਨੂੰ ਸਾਲ ਦੇ ਵਿੱਚ ਕੋਈ $7 ਮਿਲੀਅਨ ਦਾ ਜਿਹੜਾ ਬਚਾਅ ਹੋਵੇਗਾ। ਪਰ ਇਹ ਕਹਿੰਦੇ ਵੀ ਅਸੀਂ ਗਾਹਾਂ ਨੂੰ ਜਿਹੜਾ ਜ਼ਿਆਦਾ ਲੀਨਰ ਮੀਨਰ ਸਿਲਸਿਲਾ ਜਿਹੜਾ ਇੱਦਾਂ ਦੇ ਆਪਰੇਸ਼ਨ ਤਿਆਰ ਕਰਾਂਗੇ ਤਾਂ ਕਿ ਇੱਦੇ ਵੱਡੇ ਘਾਟੇ ਨਾ ਪੈ ਸਕਣ। ਔਰ ਦੂਸਰੀ ਖਬਰ ਇਹ ਹੈਗੀ ਹੈ ਜੀ ਵੀ ਸਾਡੇ ਐਡਮਿੰਟਨ ਸ਼ਹਿਰ ਦੀ ਜਿਹੜੀ ਟੀਮ ਆ ਓਇਲਰਸ ਦੀ, ਉਹਨਾਂ ਨੇ ਕੱਲ੍ਹ ਜਿਹੜਾ ਮੈਚ ਹੋਇਆ NHL ਦਾ ਪਲੇਆਫ ਚੱਲ ਰਹੇ ਨੇ ਸਟੈਨਲੇ ਕੱਪ ਦੇ,
ਉਹਦੇ ਵਿੱਚ ਲਾਸ ਐਂਜਲਸ ਕਿੰਗ ਨੂੰ ਜਿਹੜਾ ਜੀ ਉਹਨਾਂ ਨੇ 4-2 ਦੇ ਨਾਲ ਹਰਾ ਦਿੱਤਾ, ਜਿਹਦੇ ਵਿੱਚ ਕੇਨ ਹੋਰਾਂ ਨੇ 2 ਗੋਲ ਕੀਤੇ ਆ, ਔਰ ਜਿਹੜੀ ਗੇਮ ਦੇ ਵਿੱਚ ਬਹੁਤ ਸਾਰੀ ਭੂਮਿਕਾ ਨਿਭਾਈ ਉਹ ਮਕਡੈਵਿਡ ਨੇ ਨਿਭਾਈ ਆ। ਔਰ ਹੁਣ ਜਿਹੜੀ 7ਵੀਂ ਗੇਮ ਆ ਉਹ ਐਡਮਿੰਟਨ ਸ਼ਹਿਰ ਵਿੱਚ ਹੋਣ ਜਾ ਰਹੀ ਹੈ, ਅਤੇ ਹੁਣ ਤੋਂ ਹੀ ਗੱਲਾਂ ਹੋ ਰਹੀਆਂ ਨੇ ਭਈ ਉਦਣ ਨੂੰ ਪੂਰਾ ਜਿਹੜਾ ਡਾਊਨਟਾਊਨ ਦਾ ਏਰੀਆ ਜੀ ਵੀ ਉੱਥੇ ਕਿਸਮ ਦੀਆਂ ਪੂਰੀਆਂ ਰੌਣਕਾਂ ਵੀ ਲੱਗੀਆਂ ਹੋਣਗੀਆਂ, ਤਾਂ ਕਿ ਜਿਹੜੀ ਉਹ 7ਵੀਂ ਗੇਮ ਆ ਉਹ ਲੋਕਾਂ ਦੇ ਜੋਸ਼ ਨਾਲ ਵੀ ਜਿੱਤੀ ਜਾ ਸਕੇ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਇਜਾਜ਼ਤ ਚਾਹੁੰਦੇ ਹਾਂ। ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।